ਮੈਨੂੰ ਇਹ ਲੱਗ ਰਿਹਾ ਕਿਤੇ ਉਹ ਸ਼ਲਾਘਾਯੋਗ ਕਦਮ ਸ਼ੀਸ਼ੇ ਦੇ ਉੱਪਰ ਰਸਗੁੱਲਾ ਤੇ ਸ਼ੀਸ਼ੇ ਦੇ ਥੱਲੇ ਅਸੀਂ ਹੱਥ ਨਹੀਂ ਪੈ ਰਿਹਾ ਵਿੱਤ ਮੰਤਰੀ ਜੀ। ਪੈਕੇਜ ਤਾਂ ਦਿੱਤਾ ਹੈ, ਵਧੀਆ ਗੱਲ ਹੈ, ਮਗਰ ਇਹ ਤਾਂ ਸਾਡੀਆਂ ਜੁੱਤੀਆਂ ਸਾਡੇ ਸਿਰ ਤੇ ਹੀ। ਇੱਕ ਕਰਜ਼ੇ ਦੇਣ ਨੂੰ ਕਦੇ ਵੀ ਰਾਹਤ ਪੈਕੇਜ ਨਹੀਂ ਕਿਹਾ ਜਾਂਦਾ। ਕਰਜ਼ਿਆਂ ਦੇ ਵਿਆਜ ਦੀ ਜਿਹੜੀ ਛੂਟ ਹੁੰਦੀ ਹੈ ਉਹਨੂੰ ਰਾਹਤ ਪੈਕੇਜ ਕਹਿੰਦੇ ਆ। ਤੇ ਸਾਡੇ ਹਿਸਾਬ ਦੇ ਨਾਲ ਇਟਸ ਜਸਟ ਏ ਫਲॉप ਕਿ ਲੋਨ ਪ੍ਰਧਾਨ ਮੰਤਰੀ ਸਾਹਿਬ ਇੰਡਸਟਰੀ ਦੇ ਪਹਿਲਾਂ ਹੀ ਬਹੁਤ ਜ਼ਿਆਦਾ ਨੇ। ਸਾਨੂੰ ਤਾਂ ਤੁਸੀਂ ਕੋਈ ਰਾਹਤ ਪੈਕੇਜ ਦਿਓ, ਸਾਡੇ ਕੋਈ ਲੋਨ ਦੇ ਮਾਫ ਕਰੋ, ਸਾਡੇ ਕੋਈ ਵਿਆਜ ਮਾਫ ਕਰੋ, ਸਾਡੀ ਕੋਈ EMI ਦੇ ਵਿਆਜ ਮਾਫ ਕਰੋ। ਅੱਜ ਇੰਡਸਟਰੀ ਨੂੰ ਇਸ ਚੀਜ਼ ਦੀ ਲੋੜ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਦਿਨੀ 20 ਲੱਖ ਕਰੋੜ ਰੁਪਏ ਦਾ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਹੈਗਾ ਤੇ ਕੱਲ ਦੇਸ਼ ਦੀ ਵਿੱਤ ਮੰਤਰੀ ਵੱਲੋਂ ਸਨਅਤਕਾਰਾਂ ਨੂੰ ਕੁਝ ਰਾਹਤਾਂ ਦੇਣ ਦਾ ਐਲਾਨ ਕੀਤਾ ਗਿਆ। ਉਹਨਾਂ ਬਾਰੇ ਜੋ ਪੰਜਾਬ ਦੀ ਸੰਤੀ ਰਾਜਧਾਨੀ ਲੁਧਿਆਣਾ ਦੇ ਸਨਅਤਕਾਰ ਨੇ, ਇੰਡਸਟਰੀ ਦੇ ਆਗੂ ਨੇ, ਉਹ ਕੀ ਸਮਝਦੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਂ DS ਚਾਵਲਾ, ਪ੍ਰੈਜ਼ੀਡੈਂਟ ਯੂਨਾਈਟਿਡ ਸਾਈਕਲ ਐਂਡ ਪਾਵਰਸ ਮੈਨੂਫੈਕਚਰ ਐਸੋਸੀਏਸ਼ਨ ਸਾਈਕਲ ਸਨਅਤ ਨੂੰ ਭਾਰਤ ਦੀ ਰਿਪਰੈਜ਼ੈਂਟ ਕਰਦਾ। ਰਾਹਤ ਪੈਕੇਜ 20 ਲੱਖ ਕਰੋੜ ਬਹੁਤ ਸ਼ਲਾਘਾਯੋਗ ਹੈ। 3 ਲੱਖ ਕਰੋੜ ਦੇਖਣ 'ਚ ਬਹੁਤ ਵੱਡੀ ਰਕਮ ਹੈ, MSME ਵਾਸਤੇ ਸ਼ਲਾਘਾ ਕਰਦੇ ਹਾਂ। ਪਰ ਮੈਨੂੰ ਇਹ ਲੱਗ ਰਿਹਾ ਕਿਤੇ ਉਹ ਸ਼ਲਾਘਾਯੋਗ ਕਦਮ ਸ਼ੀਸ਼ੇ ਦੇ ਉੱਪਰ ਰਸਗੁੱਲਾ ਤੇ ਸ਼ੀਸ਼ੇ ਦੇ ਥੱਲੇ ਅਸੀਂ ਹੱਥ ਨਹੀਂ ਪੈ ਰਿਹਾ ਵਿੱਤ ਮੰਤਰੀ ਜੀ। MSME ਸੈਕਟਰ ਜਿਹੜਾ ਮੇਰਾ ਮਾਈਕਰੋ ਇੰਡਸਟਰੀ ਹੈਗੀ ਹੈ, ਲਘੂ ਉਦਯੋਗ ਹੈਗਾ, ਸੂਖਸ਼ਮ ਲਘੂ ਉਦਯੋਗ ਹੈਗਾ, 94.8% ਹੈਗਾ, ਜਿਹਦੇ 'ਚ ਸਾਈਕਲ ਇੰਡਸਟਰੀ ਵਰਲਡ ਦੀ ਸੈਕੰਡ ਲਾਰਜੈਸਟ ਇੰਡੀਆ 'ਚ। ਮੈਨੂੰ ਇਹ ਲੱਗ ਰਿਹਾ ਕਿ ਘੋਸ਼ਣਾਵਾਂ ਪੁਰਾਣੀ ਘੋਸ਼ਣਾਵਾਂ ਵਰਗੀਆਂ ਨੇ। ਜੇ ਤੁਸੀਂ ਕਹਿ ਰਹੇ ਹੋ ਕਿ ਕੋਲੈਟਰਲ ਫ੍ਰੀ ਸਿਕਿਉਰਿਟੀ ਤੁਸੀਂ ਲੋਨ ਦੇਣਾ ਹੈ, ਲੋਨ ਤੇ ਪਹਿਲੇ ਹੀ ਬੈਂਕ ਨੂੰ ਤੁਸੀਂ ਆਰਡਰ ਕੀਤੇ ਨੇ ਕਿ ਕੋਲੈਟਰਲ ਸਿਕਿਉਰਿਟੀ ਨਹੀਂ ਲੈਣੀ, ਪਰ ਅੱਜ ਤੱਕ ਕੋਈ ਵੀ ਬੈਂਕ ਤੁਹਾਡੀ ਇੰਸਟਰਕਸ਼ਨ ਨੂੰ ਫਾਲੋ ਨਹੀਂ ਕਰ ਰਿਹਾ। ਇਹ ਘੋਸ਼ਣਾ ਨਹੀਂ। ਮੈਂ ਰਿਕੁਐਸਟ ਕਰਦਾ, ਜੇ ਲਘੂ ਉਦਯੋਗ ਨੂੰ ਬਚਾਉਣਾ ਹੈ, ਅਨਐਮਪਲੋਇਮੈਂਟ ਨੂੰ ਰੋਕਣਾ ਹੈ, ਤੇ ਕਿਰਪਾ ਕਰੋ ਜਿੰਨੀ 94.8% ਮੇਰੀ ਇੰਡਸਟਰੀ ਹੈ ਲਘੂ ਉਦਯੋਗ, ਉਹਨੂੰ ਡਾਇਰੈਕਟ ਬੈਨੀਫਿਟ ਤੁਹਾਡਾ 3 ਲੱਖ ਕਰੋੜ ਦਾ 94-95% ਲਘੂ ਉਦਯੋਗ ਨੂੰ ਬੈਂਕਾਂ ਨੂੰ ਇੰਸਟਰਕਸ਼ਨ ਦੇ ਦਿਓ, ਦੇ ਕੇ ਤੁਹਾਨੂੰ ਰਿਪੋਰਟ ਕਰਨ। ਜੇ ਮੇਰੇ ਕੋਲ ਪੈਸਾ ਆਏਗਾ ਤਾਂ ਹੀ ਸਮਝਾਵਾਂਗੇ ਘੋਸ਼ਣਾਵਾਂ ਠੀਕ ਨੇ, ਅਦਰਵਾਈਜ਼ ਲਘੂ ਉਦਯੋਗ ਮਰ ਰਿਹਾ, ਬੈਂਕਾਂ ਨੂੰ ਇੰਟਰਸਟ ਦੇ ਰਹੇ ਆ। ਲਾਕਡਾਊਨ ਦੇ ਵਿੱਚ ਪਲੱਸ ਆਉਣ ਵਾਲੇ 1 ਸਾਲ ਜੇ ਤੁਸੀਂ ਇੰਟਰਸਟ ਫ੍ਰੀ ਕਰ ਦਿੱਤਾ ਹੁੰਦਾ, ਅਸੀਂ ਸਮਝਦੇ ਕਿ ਸਭ ਨੂੰ ਕੁਝ ਨਾ ਕੁਝ ਸ਼ੇਅਰ ਮਿਲਿਆ, ਪਰ ਲੱਗ ਰਿਹਾ ਕਿ ਤੁਹਾਡੀ ਘੋਸ਼ਣਾਵਾਂ ਸਿਰਫ ਤੁਹਾਡੇ ਟੇਬਲ ਤੱਕ ਹੈਗੀਆਂ ਨੇ। ਅਸੀਂ ਜਦੋਂ ਵਾਅਵਾ ਕਰਨੀ ਹੋਰ ਕਰਾਂਗੇ ਜਦੋਂ ਮੇਰੇ ਸਾਰੇ ਇੰਟਰਸਟ ਮਾਫ ਕਰ ਦਿਓਗੇ, ਇੰਟਰਸਟ ਫ੍ਰੀ ਲੋਨ ਬੈਂਕਾਂ ਨੂੰ ਕਹਿ ਦਿਓਗੀ ਚੜ੍ਹਾ ਕੇ, ਜਿਹੜਾ ਬੈਂਕ ਵੀ ਕੋਲੈਟਰਲ ਮੰਗੇਗਾ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ, ਸਾਨੂੰ ਬੈਂਕ ਸੜੀ ਨਹੀਂ ਚੜ੍ਹਨ ਦਿੰਦਾ। ਮੈਂ ਰਜਿੰਦਰ ਸਿੰਘ ਸਰਹਾਲੀ, ਪ੍ਰਧਾਨ ਸਮਾਲ ਸਕੇਲ ਇੰਡਸਟਰੀ ਐਂਡ ਟਰੇਡਰ ਐਸੋਸੀਏਸ਼ਨ, ਜੋ ਕਿ ਕੱਲ੍ਹ ਫਾਈਨਾਂਸ ਮਿਨਿਸਟਰ ਨੇ 20 ਲੱਖ ਕਰੋੜ ਦਾ ਪੈਕੇਜ ਸਨਅਤਕਾਰਾਂ ਲਈ ਐਲਾਨ ਕੀਤਾ ਆ, ਪਰ ਉਹ ਉਹਨਾਂ ਨੂੰ ਇਸ ਹਿਸਾਬ ਨਾਲ ਦੇਣਾ ਚਾਹੀਦਾ ਜਿਹੜਾ ਹਰੇਕ ਸਨਅਤਕਾਰ ਨੂੰ ਡਾਇਰੈਕਟ ਫਾਇਦਾ ਹੁੰਦਾ, ਕਿਉਂਕਿ ਆਲਰੇਡੀ ਸਨਅਤਕਾਰਾਂ ਨੂੰ ਜਿਹੜਾ ਆ ਇੰਟਰਸਟ EMI ਲੋਨਾਂ ਦੇ ਇੰਟਰਸਟ ਪੈ ਰਹੇ ਆ, ਲੇਬਰਾਂ ਨੂੰ ਤਨਖਾਹਾਂ ਲੇਬਰ ਦੀ ਪੈ ਰਹੀ ਆ, ਜਿਹੜਾ ਸਿੱਧਾ ਪੈਕੇਜ ਸਨਅਤਕਾਰਾਂ ਨੂੰ ਦੇਣਾ ਚਾਹੀਦਾ ਸੀ ਤਾਂ ਜੋ ਉਹਦਾ ਲਾਭ ਉਠਾ ਸਕਦੇ। ਸਰ, ਇੱਕ ਬਹੁਤ ਵੱਡਾ ਜਿਹੜਾ ਮਜ਼ਾਕ ਇੰਡਸਟਰੀ ਦੇ ਨਾਲ ਕੇਂਦਰ ਸਰਕਾਰ ਨੇ ਕੀਤਾ ਹੈ। ਇੱਕ ਕਰਜ਼ੇ ਦੇਣ ਨੂੰ ਕਦੇ ਵੀ ਰਾਹਤ ਪੈਕੇਜ ਨਹੀਂ ਕਿਹਾ ਜਾਂਦਾ। ਕਰਜ਼ਿਆਂ ਦੇ ਵਿਆਜ ਦੀ ਜਿਹੜੀ ਛੂਟ ਹੁੰਦੀ ਹੈ ਉਹਨੂੰ ਰਾਹਤ ਪੈਕੇਜ ਕਹਿੰਦੇ ਆ। ਸਾਡੇ ਵਰਕਰ ਦੀਆਂ ਜਿਹੜੀਆਂ ਸੈਲਰੀਆਂ ਉਹ ਸਾਡੇ ਵਾਸਤੇ ਰਾਹਤ ਪੈਕੇਜ ਸੀ। ਸਾਨੂੰ ਸਰਕਾਰ ਜੇ ਕੋਈ ਕੈਸ਼ ਦਿੰਦੀ ਉਹ ਰਾਹਤ ਪੈਕੇਜ ਸੀ। ਸਰਕਾਰ ਕਹਿੰਦੀ ਕਿ ਕਰਜ਼ੇ ਵਧਾ ਲਓ, ਕਰਜ਼ਿਆਂ ਤਾਂ ਪਹਿਲਾਂ ਡੁੱਬੇ ਪਏ, ਉਹਨਾਂ ਦੇ ਵਿਆਜ ਭਰਦੇ ਪਏ ਆ, ਹੋਰ ਨਵੇਂ ਕਰਜ਼ੇ ਲੈ ਕੇ ਅਸੀਂ ਸਰਕਾਰ ਤੋਂ ਕੀ ਕਰਨੇ ਆ। ਦੂਜੀਆਂ ਗੱਲਾਂ ਇਹ ਹੈ ਕਿ ਜਿਹੜੀਆਂ CGT SME 2006 ਦੀ ਸਕੀਮ ਹੈ, ਸਾਨੂੰ ਪਤਾ ਕਿ ਬੈਂਕ ਬਿਨਾਂ ਕੋਲੈਟਰਲ ਤੋਂ ਕਿੰਨੇ ਕੁ ਪਹਿਲਾਂ ਕਰਜ਼ੇ ਦਿੰਦੇ ਰਹੇ ਤੇ ਕਿੰਨੇ ਕੁ ਹੋਰ ਦੇ ਸਕਦੇ ਆ। ਇਸ ਕਰਕੇ ਇਦਾਂ ਦੀਆਂ ਜਿਹੜੀਆਂ ਬਹਿਕਾਵੇ ਵਾਲੀਆਂ ਗੱਲਾਂ ਸਰਕਾਰ ਸਿਰਫ ਇੱਕ ਆਪਣੀ ਇਮੇਜ ਬਣਾਉਣ ਵਾਸਤੇ ਕਰਦੀ ਪਈ ਹੈ। ਉਹਦੀ ਅੱਜ ਰਿਐਲਿਟੀ ਬਿਲਕੁਲ ਸਾਹਮਣੇ ਆ ਚੁੱਕੀ ਹੈ ਕਿ ਜਿਸ ਤਰ੍ਹਾਂ ਇੱਕ ਇੰਡਸਟਰੀ ਨੂੰ ਬੇਵਕੂਫ ਬਣਾਇਆ ਗਿਆ। ਇੱਕ ਰਾਤ ਪਹਿਲਾਂ ਕਿਹਾ ਗਿਆ ਕਿ 20 ਲੱਖ ਰੁਪਏ ਦਾ ਪੈਕੇਜ ਆਏਗਾ, ਅਗਲੇ ਦਿਨ 11 ਲੱਖ ਦੇ ਜਿਹੜੇ ਪੈਕੇਜ ਦੀ ਘੋਸ਼ਣਾ ਕੀਤੀ ਗਈ, ਉਹਦੇ 'ਚ ਇੰਡਸਟਰੀ ਨੂੰ ਇੱਕ ਪੈਸੇ ਦਾ ਵੀ ਫਾਇਦਾ ਨਹੀਂ ਹੈ। ਅੱਜ ਦੇਸ਼ ਦੇ ਵਿੱਚ 4% ਲੋਕ EPF ਦੇ ਦਾਇਰੇ 'ਚ ਆਉਂਦੇ ਆ, ਉਹਦੇ 'ਚੋਂ ਵੀ 75% ਲੋਕ ਕੰਮ ਛੱਡ ਕੇ ਜਾ ਚੁੱਕੇ ਆ। ਜੇ ਅੱਜ 60 ਕਰੋੜ ਦੀ ਜਿਹੜੇ ਵਰਕਰਾਂ ਦੀ ਤਾਕਤ ਹੈ ਇੰਡੀਆ ਦੇ ਵਿੱਚ, ਉਹਨਾਂ ਨੂੰ ਸਿਰਫ 60 ਲੱਖ ਵਰਕਰਾਂ ਨੂੰ ਇਹਦਾ ਫਾਇਦਾ ਹੋਏਗਾ, ਜਿਹੜੇ ਬਾਕੀ 59 ਕਰੋੜ ਵਰਕਰ ਇੰਡੀਆ ਦੇ ਹੈ, ਕੀ ਉਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ? ਇਸ ਕਰਕੇ ਸਰਕਾਰ ਆਪਣੇ ਆਪ ਨੂੰ ਥੋੜਾ ਜਿਹਾ ਸਹੀ ਕਰੇ, ਜੇ ਮਦਦ ਕਰਨੀ ਹੈ ਤਾਂ ਮਦਦ ਕਰੇ, ਇਸ ਤਰ੍ਹਾਂ ਇੰਡਸਟਰੀ ਦਾ ਮਜ਼ਾਕ ਨਾ ਉਡਾਵੇ। ਮੈਂ KK ਸੇਠ, ਚੇਅਰਮੈਨ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ, ਜਿਹੜਾ ਕੱਲ੍ਹ ਪ੍ਰਾਈਮ ਮਿਨਿਸਟਰ ਸਾਹਿਬ ਨੇ ਔਰ ਫਾਈਨਾਂਸ ਮਿਨਿਸਟਰ ਸਾਹਿਬ ਨੇ 20 ਲੱਖ ਦਾ ਪੈਕੇਜ ਦਿੱਤਾ ਹੈ, ਉਹ ਇੰਝ ਲੱਗਦਾ ਜਿਵੇਂ ਉਹਨਾਂ ਨੂੰ ਕੋਈ ਇੰਡਸਟਰੀ ਦੀ ਸਮਝ ਹੀ ਹੈ ਨਹੀਂ। ਨੰਬਰ 1।
ਅਗਰ TDS ਉਹਨਾਂ ਨੇ ਘੱਟ ਕੀਤਾ ਤਾਂ ਉਹਦਾ ਤਾਂ ਕੋਈ ਫਾਇਦਾ ਨਹੀਂ। TDS ਉਹ ਟੈਕਸ ਡਿਡਕਟਡ ਐਟ ਸੋਰਸ, ਉਹ ਟੈਕਸ ਹੁੰਦਾ ਹੈ ਜਿਹੜਾ ਅਸੀਂ ਕਿਸੇ ਦਾ ਕੱਟਨੇ ਆ, ਔਰ ਉਹ ਸਾਡਾ ਇਨਕਮ ਟੈਕਸ ਦੇ ਵਿੱਚ ਅਸੀਂ ਸਾਡਾ 31 ਮਾਰਚ ਨੂੰ ਜਿਹੜੀ ਰਿਟਰਨ ਦਿੰਦੇ ਆ ਉਹਦੇ 'ਚ ਲੈਸ ਹੋ ਜਾਂਦਾ ਹੈ। ਜਿਹੜਾ ਉਹਨਾਂ ਨੇ PF ਪ੍ਰੋਵੀਡੈਂਟ ਫੰਡ ਘੱਟ ਕੀਤਾ, ਇਹ ਕਲੀਅਰ ਨਹੀਂ ਕੀਤਾ ਵੀ ਕਿੰਨੇ ਵਰਕਰਸ ਤੱਕ ਇਹ ਘਟੇਗਾ। ਅਸੀਂ ਐਕਸਪੈਕਟ ਕਰਦੇ ਸੀ ਕਿ ਸਾਨੂੰ ਕੋਈ ਜਿਹੜੀ ਇੰਟਰਸਟ ਦੀ ਮਾਫੀ ਮਿਲੇਗੀ, ਸਾਨੂੰ ਕੋਈ ਸਬਸਿਡੀ ਮਿਲੇਗੀ, ਸਾਨੂੰ ਕੋਈ ਲੇਬਰ ਦੀ ਜਿਹੜੀ ਅਸੀਂ ਤਨਖਾਹ ਦੇਣੀ ਹੈ ਉਹਦੇ ਸਾਨੂੰ ਕੋਈ ਰਿਲੀਫ ਮਿਲੇਗਾ। ਪਰ ਅਸੀਂ ਦੇਖਿਆ ਕਿ ਅੱਜ ਜਿੱਥੋਂ ਤੱਕ ਵਿਦਆਊਟ ਕੋਲੈਟਰਲ ਲੋਨ ਦਾ ਤਲਕ ਹੈ, ਉਹ ਤਾਂ ਆਲਰੇਡੀ ਕਲੀਅਰ ਹੈ ਕਿ 2 ਕਰੋੜ ਤੱਕ ਅੱਗੇ ਹੀ ਇਹ ਕਾਨੂੰਨ ਹੈ ਕਿ 2 ਕਰੋੜ ਤੱਕ ਵਿਦਆਊਟ ਕੋਲੈਟਰਲ ਲੋਨ ਮਿਲਣਾ ਹੈ। ਇਹ ਨਵੀਂ ਚੀਜ਼ ਕੀ ਕਰ ਦਿੱਤੀ। ਔਰ ਫਿਰ ਇਹ ਕਿਸੇ ਕੋਈ ਕੋਟਾ ਨਹੀਂ ਫਿਕਸ ਹੋਇਆ। ਇਹ ਅਗਰ ਮੈਨੇਜਰ ਕੋਈ ਇੱਕ ਸਿਰ ਮਾਰ ਦੇ ਕਿ ਇਹ ਪ੍ਰੋਜੈਕਟ ਵਾਇਬਲ ਨਹੀਂ, ਤੇ ਕੋਈ ਇਹਨਾਂ ਦਾ ਆਫਿਸਰ ਉਹ ਲੋਨ ਸੈਂਕਸ਼ਨ ਨਹੀਂ ਕਰ ਸਕਦਾ। ਇਸ ਵਾਸਤੇ ਸਾਡੇ ਹਿਸਾਬ ਦੇ ਨਾਲ ਇਟਸ ਜਸਟ ਏ ਫਲॉप। ਕੋਈ ਇੰਡਸਟਰੀ ਨੂੰ ਇਹਦਾ ਫਾਇਦਾ ਨਹੀਂ ਹੋਏਗਾ। ਔਰ ਇਹ ਜਿਹੜਾ 20 ਲੱਖ ਕਰੋੜ ਰੁਪਏ ਦਾ ਲੋਨ ਹੈ, ਇਹ ਕਿੱਥੇ ਜਾਏਗਾ, ਕੀ ਹੋਏਗਾ, ਇਹ ਸਾਡੀ ਸਮਝ 'ਚ ਨਹੀਂ। ਮੈਂ ਗੁਰਮੀਤ ਸਿੰਘ ਕੁਲਾਰ, ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ, ਪਪੂਲਰਲੀ ਨੋਨ ਐਜ਼ ਫਿਕੋ। ਸਾਡੇ ਭਾਰਤ ਦੇ ਫਾਈਨਾਂਸ ਮਿਨਿਸਟਰ ਸਾਹਿਬ ਨੇ ਜਿਹੜਾ ਕੱਲ 3 ਲੱਖ ਕਰੋੜ ਰੁਪਇਆ MSMEs ਨੂੰ ਸਪੋਰਟ ਦਿੱਤੀ ਹੈ, ਇਹ ਅਸੀਂ ਔਨ ਬਿਹਾਫ ਆਫ ਫਿਕੋ ਇਹਦਾ ਸਵਾਗਤ ਕਰਦੇ ਹਾਂ। ਗਲੋਬਲ ਟੈਂਡਰਿੰਗ ਜਿਹੜੀ ਆ 200 ਕਰੋੜਸ ਦੇ ਵਿੱਚ ਉਹਨੂੰ ਸ਼ਮੂਲੀਅਤ ਕੀਤੀ ਆ, ਉਹਦੇ ਨਾਲ ਜਿਹੜੀ ਸਾਡੀ ਇੰਡੀਜੀਨੀਅਸ ਇੰਡਸਟਰੀ ਆ ਉਹਨੂੰ ਕਾਫੀ ਬਹੁਤ ਵੱਡਾ ਬੈਨੀਫਿਟ ਮਿਲੇਗਾ। ਪਰ ਕਿਤੇ ਨਾ ਕਿਤੇ ਜੇਕਰ ਗੱਲ ਕਰੀਏ ਤਾਂ ਥੋੜ੍ਹਾ ਜਿਹਾ ਜਿਹੜੀ ਛੋਟੀ ਇੰਡਸਟਰੀ ਸੀਗੀ ਉਹਨੂੰ ਜਿਹੜਾ ਰਾਹਤ ਪੈਕੇਜ ਸੀਗਾ ਉਹਦੀ ਜ਼ਰੂਰਤ ਸੀਗੀ। ਛੋਟੀ ਇੰਡਸਟਰੀ ਨੂੰ ਡਾਇਰੈਕਟ ਬੈਨੀਫਿਟ, ਜਿਸ ਤਰ੍ਹਾਂ ਜਨ ਧਨ ਅਕਾਊਂਟ ਦੇ ਵਿੱਚ ਜਿਹੜੇ ਲੇਬਰਰਸ ਦੇ ਅਕਾਊਂਟ ਦੇ ਵਿੱਚ 500 ਰੁਪਏ ਚਾਹੇ ਗਿਆ, ਉਹਨੂੰ ਡਾਇਰੈਕਟ ਸਪੋਰਟ ਮਿਲੀ ਆ। ਇਸ ਤਰ੍ਹਾਂ ਹੀ MSME ਜਿਹੜੀ ਆ ਸਾਡੀ, ਇਹ ਇਸ ਵੇਲੇ ਇਹਦੀ ਬਹੁਤ ਵੱਡੀ MSME ਦੀ ਮੰਗ ਸੀਗੀ। ਅਗਰ ਗੱਲ ਕਰੀਏ MSME ਡੈਫੀਨੇਸ਼ਨ ਬੜੀ ਦੇਰ ਤੋਂ ਰੁਕੀ ਪਈ ਸੀ, MSME ਡੈਫੀਨੇਸ਼ਨ ਵੀ ਰਿਵਾਈਜ਼ ਕੀਤੀ ਗਈ ਆ। ਇਹ ਵੀ ਇੱਕ ਗੁੱਡ ਸਟੈਪ ਆ। ਕਿਤੇ ਨਾ ਕਿਤੇ MSME ਇੰਡਸਟਰੀ ਨੂੰ ਵਿਆਜ ਦੀ ਮਾਫੀ ਦੀ ਬੜੀ ਜ਼ਰੂਰਤ ਆ। ਅੱਜ ਜਿਹੜੀ ਲੋਕਡਾਊਨ ਪੀਰੀਅਡ 2 ਮਹੀਨੇ ਲੰਘ ਗਿਆ, ਤਕਰੀਬਨ 52 ਦਿਨ ਹੋ ਗਏ ਆ, ਇੰਡਸਟਰੀ ਸਟੈਂਡ ਸਟਿਲ ਪਈ ਆ। ਇਸ ਵਿੱਚ ਜਿਹੜੀ ਲੋਕਡਾਊਨ ਅਗਰ ਨਹੀਂ ਹੋਇਆ ਤਾਂ ਉਹ ਬੈਂਕਾਂ ਦਾ ਇੰਟਰਸਟ ਨਹੀਂ ਹੋਇਆ। ਜਿਹੜੀ CGT SME ਸਕੀਮ ਦੇ ਵਿੱਚ ਸਰਕਾਰ ਨੇ ਕਿਹਾ ਕਿ ਜਿਹੜੀ CGT SME ਸਕੀਮ ਦੇ ਵਿੱਚ ਸਾਨੂੰ ਹੋਰ ਲੋਨ ਦਿੱਤਾ ਜਾਊਗਾ, ਕਿਉਂਕਿ ਜਿਹੜਾ ਹੋਰ ਲੋਨ ਪੁਰਾਣੇ ਲੋਨ ਨੂੰ ਵਾਪਸ ਕਰਨ ਲਈ ਅਗਰ ਕੀਤਾ ਜਾਊਗਾ ਤਾਂ ਕਿਤੇ ਨਾ ਕਿਤੇ ਜਿਹੜਾ ਡੈਟ ਆ, ਕਿਤੇ ਨਾ ਕਿਤੇ ਇੰਡਸਟਰੀ ਦੇ ਉੱਤੇ ਭਾਰ ਵਧੇਗਾ। ਉਸ ਦੀ ਸਾਨੂੰ ਬਹੁਤ ਸਖਤ ਜ਼ਰੂਰਤ ਹੈ ਕਿ ਜਿਹੜੀ MSME ਇੰਡਸਟਰੀ ਆ ਉਹਨੂੰ ਕੋਲੈਟਰਲ ਫ੍ਰੀ ਦੀ ਬਜਾਏ ਅਗਰ ਉਹਦਾ ਇੰਟਰਸਟ ਮਾਫ ਹੋਵੇ ਬੈਂਕ ਦਾ ਇਸ 2 ਮਹੀਨੇ ਦੇ ਲੋਕਡਾਊਨ ਪੀਰੀਅਡ ਦਾ, ਤਾਂ ਇੰਡਸਟਰੀ ਨੂੰ ਇੱਕ ਬਹੁਤ ਵੱਡੀ ਸਪੋਰਟ ਮਿਲੇਗੀ। ਥੈਂਕ ਯੂ। ਮੈਂ ਜੀ ਗੁਰਪ੍ਰਗਟ ਸਿੰਘ ਕਾਲੋਂ, ਪ੍ਰੈਜ਼ੀਡੈਂਟ ਆਟੋ ਪਾਰਟ ਮੈਨੂਫੈਕਚਰਰਸ ਇੰਡੀਆ। ਸਾਡੇ ਜੀ ਆਟੋ ਪਾਰਟ ਦੇ ਤਕਰੀਬਨ MSME ਦੇ 500-600 ਮੈਂਬਰ ਨੇ ਜਿਹੜੇ ਕਿ ਇਸ ਵੇਲੇ ਬੜੀ ਸਮੱਸਿਆ ਵਿੱਚ ਫਸੇ ਹੋਏ ਨੇ। ਜਦੋਂ ਕਿ ਲਾਕਆਊਟ ਦੇ ਟਾਈਮ 'ਤੇ ਉਹਨਾਂ ਦੀਆਂ ਫੈਕਟਰੀਆਂ ਬੰਦ ਨੇ, ਲੇਕਿਨ ਲੇਬਰ ਨੂੰ ਐਸੇ ਤਨਖਾਹ ਦੇਣ ਨੂੰ ਨਹੀਂ, ਬਿਜਲੀ ਦਾ ਬਿੱਲ ਦੇਣ ਨੂੰ ਨਹੀਂ, ਔਰ ਉਹਨਾਂ ਦੇ ਕੋਲ ਕਿਉਂਕਿ ਛੋਟੇ ਯੂਨਿਟ ਹੋਣ ਦੇ ਕਾਰਨ ਕੁਝ ਸੇਵ ਪੈਸੇ ਵੀ ਨਹੀਂ ਪਏ ਹੁੰਦੇ ਵੀ ਉਹ ਕਢਵਾ ਕੇ ਦੁਬਾਰਾ ਯੂਜ਼ ਕਰ ਸਕਣ। ਤੇ ਉਹਨਾਂ ਉੱਤੇ ਇੰਨੀ ਸਮੱਸਿਆ ਹੈ ਕਿ ਉਹ ਆਪ ਹੀ ਨਹੀਂ ਜਾ ਸਕਦੇ, ਔਰ ਲੇਬਰ ਵੀ ਉਹਨਾਂ ਦੀ ਬੜੀ ਪ੍ਰੋਬਲਮ ਕ੍ਰੀਏਟ ਹੋਈ ਹੈ। ਤੇ ਗਵਰਨਮੈਂਟ ਨੇ ਜਿਹੜਾ ਕੱਲ ਇੱਕ ਅਨਾਉਂਸ ਕੀਤਾ ਹੈ 30 ਲੱਖ ਕਰੋੜ ਰੁਪਈਆ MSME ਦੀ ਹੈਲਪ ਵਾਸਤੇ, ਜਿੱਥੋਂ ਤੱਕ ਉਹ ਕੀਤਾ ਉਹਦਾ ਬਹੁਤ ਲੰਬੀ ਗੱਲ ਹੈ। ਉਹਦਾ ਫਾਇਦਾ ਇੰਨਾ ਨਹੀਂ ਹੋਣਾ। ਜਦੋਂ ਕੋਈ ਬੰਦਾ ਬਿਮਾਰ ਹੋਏ ਉਹਨੂੰ ਉਹ ਦਵਾਈ ਦੇਣੀ ਚਾਹੀਦੀ ਹੈ ਜਿਹਦੇ ਨਾਲ ਉਹ ਛੇਤੀ ਚੱਲ ਪਏ। ਤੇ ਜੇ ਉਹਨੂੰ ਲੰਬਾ ਕਰਦਾ ਜਾਏ ਉਹਦੇ ਵਿੱਚ ਇੱਕੋ ਹੀ ਸਮਝ ਆਉਂਦੀ ਹੈ ਵੀ ਉਹਨਾਂ ਨੇ ਲੋਨ ਵਾਸਤੇ ਜ਼ਿਆਦਾ ਹੈਗਾ ਹੈ, ਤੇ ਲੋਨ ਦੇ ਨਾਲ ਉਹਨਾਂ 'ਤੇ ਬੋਝ ਹੋਰ ਪੈ ਜਾਏਗਾ। ਅੱਜ ਜਿੱਥੇ ਇੰਡਸਟਰੀ ਬੰਦ ਹੋ ਰਹੀ ਹੈ, ਸਾਨੂੰ ਚਾਹੀਦਾ ਇਹ ਹੈ ਵੀ ਸਾਨੂੰ ਜਿਹੜੇ ਸਾਡੇ ਵਰਕਰਾਂ ਨੂੰ ਉਹਨਾਂ ਨੂੰ ਅੱਧਾ ਪਚੱਧਾ ਹੀ ਕੋਈ ਗਵਰਨਮੈਂਟ ਸਾਡੀ ਹੈਲਪ ਕਰਦੇ, ਤੇ ਬਿਜਲੀ ਦੇ ਬਿੱਲਾਂ ਨੂੰ ਵੀ ਸਾਨੂੰ ਅੱਧਾ ਪਚੱਧਾ ਕਰਦੇ। ਜਿਹੜੇ ਛੋਟੇ ਯੂਨਿਟ ਨੇ ਖਾਸ ਤੌਰ 'ਤੇ, ਵੱਡੇ ਯੂਨਿਟਾਂ ਕੋਲ ਸੋਰਸ ਹੁੰਦੇ ਨੇ ਤੇ ਇਹਨਾਂ ਕੋਲ ਸੋਰਸ ਵੀ ਕੋਈ ਨਹੀਂ। ਜੇ ਅੱਜ ਇਹ ਲੋਨ ਦੇ ਪਿੱਛੇ ਪੈ ਜਾਣਗੇ ਤੇ ਬੇਸ਼ੱਕ ਉਹਨਾਂ ਨੂੰ ਗਰੰਟੀ ਨਹੀਂ, ਲੇਕਿਨ ਲੋਨ ਵਾਪਸ ਕਰਨਾ ਪੜੇਗਾ। ਤਾਂ ਕਿੱਥੋਂ ਲੈ ਕੇ ਆਉਣਗੇ ਜਿਨ੍ਹਾਂ ਕੋਲ ਹੈ ਹੀ ਕੋਈ ਨਹੀਂਗਾ। ਉਹ ਹੋਰ ਲੋਨ ਲੈ ਕੇ ਲੋਨ ਦੇਣਗੇ ਤੇ ਉਹਦਾ ਇੰਟਰਸਟ ਪਏਗਾ, ਉਹ ਹਰ ਹਾਲ 'ਚ ਥੱਲੇ ਹੀ ਜਾਣਗੇ। ਸੋ ਮੇਰੀ ਗਵਰਨਮੈਂਟ ਨੂੰ ਇਸ ਵੇਲੇ ਬਹੁਤ ਹੱਥ ਜੋੜ ਕੇ ਰਿਕੁਐਸਟ ਹੈ ਵੀ ਜਿਹੜੇ ਯੂਨਿਟ ਸਾਡੇ MSME ਦੇ ਬੰਦ ਹੋ ਰਹੇ ਨੇ ਉਹਨਾਂ ਦੇ ਵਾਸਤੇ ਕੋਈ ਜਿਹੜੀ ਐਸੀ ਹੈਲਪ ਕਰੋ ਜਿਹੜੀ ਉਹਨਾਂ ਨੂੰ ਇਸ ਵੇਲੇ ਮੌਕੇ 'ਤੇ ਦਿੱਤੀ ਜਾਵੇ।
ਜਿਵੇਂ ਕਿ ਸਾਡੀਆਂ ਜਿਹੜੀਆਂ ਪੇਮੈਂਟਾਂ ਦੇਣੇ ਨੇ ਸਾਨੂੰ ਕੁਝ ਉਹਦੇ ਬਾਰੇ ਦਿੱਤਾ ਜਾਵੇ, ਕੁਝ ਸਾਨੂੰ ਜਿਹੜਾ ਬਿਜਲੀ ਦੇ ਬਿੱਲ ਜਿਹੜੇ ਉਹਦੇ ਵਾਸਤੇ ਦਿੱਤਾ ਜਾਵੇ, ਜਾਂ ਜਿਹੜੇ ਨਿੱਕੇ ਨਿੱਕੇ ਸਾਡੇ ਯੂਨਿਟ ਜਿਹੜੇ ਬੰਦ ਹੋਣ ਦਾ ਸਾਡਾ ਨੁਕਸਾਨ ਹੈ ਉਹ ਸਾਡਾ ਪੂਰਾ ਕੀਤਾ ਜਾਵੇ। ਇਹ ਰਿਕੁਐਸਟ ਹੈ। ਬਾਕੀ ਜਿਹੜਾ ਇਹ ਬੜਾ ਵੱਡਾ ਖੁਸ਼ ਹੋਣ ਨੂੰ ਤਾਂ ਬਹੁਤ ਵੱਡੀ ਗੱਲ ਹੈ। 30 ਲੱਖ ਕਰੋੜ ਹਰ ਬੰਦਾ ਖੁਸ਼ ਹੋ ਜਾਂਦਾ, ਲੇਕਿਨ MSME ਦੇ ਪੱਲੇ ਕੋਈ ਨਹੀਂ ਪੈਣਾ ਜਿਹੜੀ ਸਾਨੂੰ ਸਮਝ ਆਉਂਦੀ ਹੈ। ਜੇ ਅਸੀਂ ਗਲਤ ਹੋਵਾਂਗੇ ਤਾਂ ਪਤਾ ਨਹੀਂ, ਲੇਕਿਨ ਜੋ ਅਨਾਉਂਸ ਹੋਇਆ ਜੋ ਸੁਣਿਆ ਉਹਦੇ ਮੁਤਾਬਕ ਇਹੀ ਹੈ ਵੀ MSME ਨੂੰ ਕੋਈ ਬਹੁਤਾ ਫਾਇਦਾ ਹੋਣ ਵਾਲਾ ਨਹੀਂ ਹੈ। ਥੈਂਕ ਯੂ। ਮੈਂ ਹਰਕੀਰਤ ਸਿੰਘ ਰਾਣਾ, ਪ੍ਰਧਾਨ ਹਜੂਰੀ ਰੋਡ ਹਜੂਰੀ ਐਸੋਸੀਏਸ਼ਨ। ਮੈਂ ਜਿਹੜਾ ਸਰਕਾਰ ਨੇ ਅੱਜ ਦੱਸਣਾ ਚਾਹੁੰਦਾ ਤੁਹਾਨੂੰ ਕਿ ਜਿਹੜਾ ਸਰਕਾਰ ਨੇ 20 ਲੱਖ ਕਰੋੜ ਦਾ ਪੈਕੇਜ ਦਿੱਤਾ ਹੈ ਮੋਦੀ ਸਾਹਿਬ ਨੇ, ਉਹਦੇ ਉੱਤੇ ਅੱਜ ਚਰਚਾ ਕਰਨਾ ਚਾਹੁੰਦਾ ਵਾਂ। ਪੈਕੇਜ ਤਾਂ ਦਿੱਤਾ ਹੈ, ਵਧੀਆ ਗੱਲ ਹੈ, ਮਗਰ ਇਹ ਤਾਂ ਸਾਡੀਆਂ ਜੁੱਤੀਆਂ ਸਾਡੇ ਸਿਰ ਤੇ ਹੀ ਨੇ। ਕਿਉਂ ਜਿਹੜਾ ਲੋਨ ਦੇਣਾ ਵੇ ਉਹ 4 ਸਾਲ ਬਾਅਦ ਵਿਆਜ ਸਮੇਤ ਲੈਣਾ ਹੈ, ਉਹ ਕੋਈ ਰਾਹਤ ਨਹੀਂ ਹੈਗੀ ਚੰਗੀ। ਚਾਹੀਦਾ ਤਾਂ ਇਹ ਸੀ ਕਿ ਹਾਂ ਜਿਹੜੇ ਇਹਨਾਂ ਦੇ ਸਰਕਾਰ ਨੂੰ ਕੋਈ GST 'ਚ ਛੋੜ ਦੇ ਦਿੰਦੀ ਜਾਂ ਇਨਕਮ ਟੈਕਸ ਛੋੜ ਦੇ ਦਿੰਦੀ, ਜਾਂ ਕੋਈ ਇਹਨਾਂ ਦੀ ਜੋ ਪਹਿਲੇ MRE ਜੋ ਕਿ ਲੋਨ ਚੱਲਦੇ ਨੇ ਉਹਨਾਂ ਉੱਪਰ ਸਬਸਿਡੀ ਦੇ ਦਿੱਤੀ ਜਾਂਦੀ। ਜਿਵੇਂ 2% ਪਹਿਲੇ MSME ਨੂੰ ਹੈਗੀ ਹੈ ਉਹ 4% ਕਰ ਦਿੱਤੀ ਜਾਂਦੀ। ਇਹ ਕੀ ਹੋਇਆ ਕਿ ਲੋਨ ਉਹੀ ਇੰਟਰਸਟ ਦੇ ਉੱਪਰ ਦਿੱਤਾ ਗਿਆ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਬਾਕੀ ਜੋ ਸਰਕਾਰ ਕਰ ਰਹੀ ਹੈ ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਸਰਕਾਰ ਨੂੰ ਚਾਹੀਦਾ ਹੁਣ ਵੀ ਜਿਵੇਂ MSME ਦੇ 2% ਪਹਿਲੇ ਛੂਟ ਸਬਸਿਡੀ ਹੈਗੀ ਹੈ, ਇਹਨੂੰ ਸਬਸਿਡੀ ਦਿੱਤਾ ਜਾਵੇ, ਉਹਦਾ ਦੁਬਾਰਾ ਵਿਚਾਰ ਕਰੇ, ਉਹਦਾ ਫਾਇਦਾ ਹੈ ਵਪਾਰੀਆਂ ਨੂੰ, ਨਹੀਂ ਤਾਂ ਇਹਦਾ ਕੋਈ ਫਾਇਦਾ ਨਹੀਂ ਹੋਣਾ। ਇਹਦਾ ਉਲਟਾ ਹੋਰ ਕਰਜ਼ੇ ਥੱਲੇ ਦੱਬੇ ਜਾਵਾਂਗੇ ਅਸੀਂ। ਮੈਂ ਧੰਨਵਾਦ ਕਰਦਾ ਮੋਦੀ ਜੀ ਦਾ ਤੇ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦਾ ਵਾਂ। ਜਸਵਿੰਦਰ ਸਿੰਘ ਠੁਕਰਾਲ, ਪ੍ਰੈਜ਼ੀਡੈਂਟ ਜਨਤਾ ਨਗਰ ਸਮਾਲ ਸਕੇਲ ਮੈਨੂਫੈਕਚਰ ਐਸੋਸੀਏਸ਼ਨ। ਕੱਲ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ 20 ਲੱਖ ਕਰੋੜ ਦਾ ਇੰਡਸਟਰੀ ਲਈ ਪੈਕੇਜ ਜਾਰੀ ਕੀਤਾ ਤੇ ਜਦੋਂ ਉਹਦਾ ਵਿਸ਼ਲੇਸ਼ਣ ਕੀਤਾ ਤਾਂ ਮੇਰੀ ਸਮਝ 'ਚ ਆਇਆ ਕਿ ਸਾਨੂੰ ਸਰਕਾਰ ਲੋਨ ਦੇਣ ਜਾ ਰਹੀ ਹੈ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਲੋਨ ਪ੍ਰਧਾਨ ਮੰਤਰੀ ਸਾਹਿਬ ਇੰਡਸਟਰੀ ਦੇ ਪਹਿਲਾਂ ਹੀ ਬਹੁਤ ਜ਼ਿਆਦਾ ਨੇ, ਸਾਨੂੰ ਤਾਂ ਤੁਸੀਂ ਕੋਈ ਰਾਹਤ ਪੈਕੇਜ ਦਿਓ, ਸਾਡੇ ਕੋਈ ਲੋਨ ਦੇ ਮਾਫ ਕਰੋ, ਸਾਡੇ ਕੋਈ ਵਿਆਜ ਮਾਫ ਕਰੋ, ਸਾਡੀ ਕੋਈ EMI ਦੇ ਵਿਆਜ ਮਾਫ ਕਰੋ। ਅੱਜ ਇੰਡਸਟਰੀ ਨੂੰ ਇਸ ਚੀਜ਼ ਦੀ ਲੋੜ ਹੈ। ਲੋਨ ਦੇਣ ਨਾਲ ਇੰਡਸਟਰੀ ਉੱਠ ਨਹੀਂ ਸਕਦੀ, ਇੰਡਸਟਰੀ ਪਹਿਲਾਂ ਹੀ ਲੋਨਾਂ ਨਾਲ ਦਬੀ ਹੋਈ ਹੈ। ਅੱਜ ਸਾਨੂੰ ਜੋ ਕਰੋਨਾ ਮਹਾਮਾਰੀ ਨਾਲ ਸਾਡੀ ਇੰਡਸਟਰੀ ਤਬਾਹ ਔਰ ਬਰਬਾਦ ਹੋ ਗਈ, ਅੱਜ ਉਸ ਨੂੰ ਰਾਹਤ ਪੈਕੇਜ ਦੇਣ ਦੀ ਲੋੜ ਹੈ, ਨਾ ਕਿ ਲੋਨ ਪੈਕੇਜ। ਮੈਂ ਤਾਂ ਇਹਨੂੰ ਤੁਹਾਡੇ ਇਸ 20 ਲੱਖ ਕਰੋੜ ਨੂੰ ਲੋਨ ਪੈਕੇਜ ਮੰਨਦਾ ਤੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਜੇ ਅੱਜ ਤੁਸੀਂ ਇੰਡਸਟਰੀ ਨੂੰ ਬਚਾਉਣਾ ਚਾਹੁੰਦੇ ਹੋ ਤੇ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਸੋ ਤੁਸੀਂ ਦੇਖਿਆ ਕਿ ਲੁਧਿਆਣਾ ਦੇ ਸਨਅਤਕਾਰਾਂ ਨੇ ਤੇ ਸਨਅਤੀ ਆਗੂਆਂ ਨੇ ਪ੍ਰਧਾਨ ਮੰਤਰੀ ਦੇ 20 ਲੱਖ ਕਰੋੜ ਦੇ ਪੈਕੇਜ ਬਾਰੇ ਆਪਣੇ ਪੱਖ ਦੱਸਿਆ, ਆਪਣੀ ਗੱਲ ਦੱਸੀ ਆ। ਇੰਡਸਟਰੀ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਜੋ 20 ਲੱਖ ਕਰੋੜ ਦਾ ਪੈਕੇਜ ਦਿੱਤਾ ਗਿਆ ਉਹਦੇ ਵਿੱਚ ਜੋ ਵੀ ਵਿਆਜ ਮਾਫੀ ਨੂੰ ਸ਼ਾਮਲ ਕਰਨਾ ਚਾਹੀਦਾ ਸੀਗਾ ਤੇ ਜਿਹੜੀਆਂ ਇੰਡਸਟਰੀ ਦੀਆਂ ਹੋਰ ਮੰਗਾਂ ਹੈਗੀਆਂ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜਾ ਲਾਭ ਉਹ ਦੇਣਾ ਚਾਹੀਦਾ ਸੀ। ਇੰਡਸਟਰੀ ਦੀ ਇਹ ਵੀ ਮੰਗ ਹੈਗੀ ਹੈ ਕਿ ਉਹਨਾਂ ਨੂੰ ਭੰਬਲ ਭੂਸੇ ਵਿੱਚ ਉਲਝਾਇਆ ਨਾ ਜਾਵੇ, ਜੋ ਵੀ ਫਾਇਦਾ ਦੇਣਾ ਹੈਗਾ ਉਹ ਡਾਇਰੈਕਟ ਦਿੱਤਾ ਜਾਵੇ।